ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਥ ਮਖਰਾਜ ਯੁੱਧ ਕਥਨਨ। ਹੁਣ ਮਕਰਾਜ ਦੇ ਯੁੱਧ ਦਾ ਕਥਨ। ਪਾਦਰੀ ਛੰਦ। तब रुकियो सैन मकराज आन। तद मकराज आके ਸੈਨਾ ਦੇ ਸਾਹਮਣੇ ਖੜੋ ਗਿਆ। ਕਹਿ ਚਾਹੋ ਰਾਮ ਨਹੀਂ ਪੈ ਹੋ ਜਾਨ। ਅਤੇ ਕਹਿਣ ਲੱਗਾ, ਹੇ ਰਾਮ, ਤੂੰ ਹੁਣ ਜਿਉਂਦਾ ਨਹੀਂ ਜਾ ਸਕੇਗਾ। ਜਿਨ ਹਤਿਓ ਤਾਤ ਰਣ ਮੋ ਅਖੰਡ। ਜਿਸ ਨੇ ਮੇਰੇ ਅਖੰਡ ਪਿਤਾ ਖਰ ਨੂੰ ਰਣ ਖੇਤਰ ਵਿੱਚ ਮਾਰਿਆ ਹੈ। ਸੋ ਲਰੋ ਆਨ ਮੋ ਸੋ ਪ੍ਰਚੰਡ। ਉਹ ਮੇਰੇ ਨਾਲ ਆ ਕੇ ਪ੍ਰਚੰਡ ਯੁੱਧ ਕਰੇ। ਇਮ ਸੁਣ ਕੁਬੈਣ ਰਾਮ ਅਵਤਾਰ। ਇਮ ਸੁਣ ਕੁਬੈਣ ਰਾਮਾਵਤਾਰ। ਰਾਮ ਚੰਦਰ ਨੇ ਉਸ ਦੇ ਇਸ ਤਰ੍ਹਾਂ ਦੇ ਕੁਬੋਲ ਸੁਣੇ। ਗਹਿ ਸਸਤਰ ਅਸਤਰ ਕੋਪਿਓ ਜੁਝਾਰ। ਤਾਂ ਸ਼ਸਤਰ ਅਸਤਰ ਫੜ ਕੇ ਕ੍ਰੋਧ ਨਾਲ ਯੁੱਧ ਕਰਨ ਲੱਗੇ। ਬਹੁਤਾਨ ਬਾਣ ਤਹਿ ਹਣੇ ਅੰਗ। ਉਸ ਦੇ ਸਰੀਰ ਵਿੱਚ ਬਹੁਤ ਤੀਰ ਖਿੱਚ ਕੇ ਮਾਰੇ। ਮਕਰਾਜ ਮਾਰ ਡਾਰਿਓ ਨਿਸੰਗ। ਅਤੇ ਨਿਸੰਗ ਹੋ ਕੇ ਮਕਰਾਜ ਨੂੰ ਮਾਰ ਕੇ ਸੁੱਟ ਦਿੱਤਾ। ਜਬ ਹਤੇ ਬੀਰ ਅਰ ਹਣੀ ਸੈਨ। ਜਦ ਮਕਰਾਜ ਸੂਰਮਾ ਮਾਰਿਆ ਗਿਆ ਅਤੇ ਸੈਨਾ ਵੀ ਮਾਰੀ ਗਈ। ਤਬ ਭਜੋਂ ਸੂਰ ਹੁਏ ਕਰ ਨਿਚੈਨ। ਤਦ ਹੋਰ ਸੂਰਮੇ ਬੇਚੈਨ ਹੋ ਕੇ ਭੱਜ ਗਏ। ਤਬ ਕੁੰਭ ਔਰ ਅਨਕੁੰਭ ਆਨ। ਤਦ ਕੁੰਭ ਅਤੇ ਅਨਕੁੰਭ ਨਾਮ ਵਾਲੇ ਦੋ ਦੈਂਤਾਂ ਨੇ ਆ ਕੇ ਦਲ ਰੁਕਿਓ ਰਾਮ ਕੋ ਤਿਆਗ ਕਾਨ। ਰਾਮ ਦਾ ਡਰ ਛੱਡ ਕੇ ਉਹਨਾਂ ਦੇ ਦਲ ਨੂੰ ਰੋਕ ਲਿਆ। ਇਤ ਮਰਾਜ ਬਦ। ਹਾਂ, ਇੱਥੇ ਮਕਰਾਜ ਬਦ ਸਮਾਪਤ। ਅਜਪਾ ਛੰਦ। ਤ੍ਰਪੇ ਤਾਜੀ ਘੋੜੇ ਕੁੱਦਣ ਲੱਗੇ। ਗੱਜੇ ਗਾਜ਼ੀ ਗੱਜਣ ਲੱਗੇ। ਸੱਜੇ ਸਸਤਰਨ ਜੋ ਸ਼ਸਤਰਾਂ ਨਾਲ ਸਜੇ ਹੋਏ ਹਨ। ਕੱਛੇ ਅਸਤਰਨ ਅਤੇ ਅਸਤਰਾਂ ਨਾਲ ਫਬੇ ਹੋਏ ਹਨ। ਟੁੱਟੇ ਤ੍ਰਾਣਨ ਕਵਚ ਟੁੱਟ ਰਹੇ ਹਨ। ਛੁੱਟੇ ਬਾਣਨ ਬਾਣ ਜਲ ਰਹੇ ਹਨ। ਰੁਪੇ ਬੀਰਨ ਸੂਰਮਿਆਂ ਨੇ ਪੈਰ ਗੱਡੇ ਹੋਏ ਹਨ। ਬੁੱਠੇ ਤੀਰਨ ਅਤੇ ਤੀਰਾਂ ਦੀ ਵਰਖਾ ਹੋ ਰਹੀ ਹੈ। ਘੁੰਮੇ ਕਾਇਨ ਕਾਇਲ ਘੁੰਮਦੇ ਫਿਰਦੇ ਹਨ। ਜੁੰਮੇ ਚਾਇਨ ਜੋ ਉਮੰਗ ਨਾਲ ਭਰੇ ਹੋਏ ਚਲਦੇ ਹਨ। ਰੱਜੇ ਰੋਸ਼ਨ ਕਈ ਕ੍ਰੋਧ ਨਾਲ ਭਰੇ ਹੋਏ ਹਨ। ਤੱਜੇ ਹੋਸਨ ਜਿਸ ਕਰਕੇ ਹੋਸ਼ ਠਿਕਾਣੇ ਨਹੀਂ ਹੈ। ਕੱਜੇ ਸੰਜਨ ਜਿਨ੍ਹਾਂ ਨੇ ਕਵਚਾਂ ਨਾਲ ਤਨ ਕੱਜੇ ਹੋਏ ਹਨ। ਪੂਰੇ ਪੰਜਨ ਪੰਜ ਪ੍ਰਕਾਰ ਦੇ ਸ਼ਸਤਰ ਧਾਰਨ ਕੀਤੇ ਹੋਏ ਹਨ। ਜੁੱਝੇ ਖੇਤਨ
ਰਣਭੂਮੀ ਵਿੱਚ ਲੜ ਰਹੇ ਹਨ। ਡਿੱਗੇ ਚੇਤਨ ਅਤੇ ਅਚੇਤ ਹੋ ਕੇ ਡਿੱਗੇ ਪਏ ਹਨ। ਕੇਰੀ ਲੰਕਨ, ਬਾਕੇ ਸੂਰਮਿਆਂ ਨੇ ਬੀਰਨ ਬੰਕਨ, ਲੰਕਾ ਘੇਰ ਲਈ ਹੈ। ਭੱਜੀ ਸੈਨਣ ਅਤੇ ਸ਼ਰਮਿੰਦੀਆਂ ਅੱਖਾਂ ਨਾਲ ਲੱਜੀ ਨੈਣਨ, ਰਾਖਸ਼ਾਂ ਦੀ ਸੈਨਾ ਭੱਜ ਗਈ ਹੈ। ਡਿੱਗੇ ਸੂਰਨ, ਸੂਰਮੇ ਡਿੱਗ ਪਏ ਹਨ। ਭਿੱਗੇ ਨੂਰਨ, ਉਹਨਾਂ ਦੇ ਮੁੱਖ ਲਹੂ ਨਾਲ ਭਿੱਜੇ ਹੋਏ ਹਨ। ਵਿਆਹੇ ਹੂਰਨ, ਉਹਨਾਂ ਨੂੰ ਹੂਰਾ ਵਿਆਹ ਰਹੀਆਂ ਹਨ। ਕਾਮਨ ਪੂਰਨ, ਅਤੇ ਉਹਨਾਂ ਦੀ ਕਾਮਨਾ ਪੂਰੀ ਹੋ ਰਹੀ ਹੈ। ਇਤ ਸ਼੍ਰੀ ਬਚਿੱਤਰ ਨਾਟਕੇ ਰਾਮ ਅਵਤਾਰ ਮਕਰਾਜ ਕੁੰਭ ਅਨਕੁੰਭ ਬਦਹੇ ਧਿਆਏ ਸਮਾਪਤਮ ਸੱਤ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਰਾਮ ਅਵਤਾਰ ਦੇ ਕੁੰਭ ਬਦਹੇ ਅਧਿਆਇ ਦੀ ਸਮਾਪਤੀ। 16ਵਾਂ ਅਧਿਆਇ। ਅਥ ਰਾਵਣ ਯੁੱਧ ਕਥਨਨ, ਹੁਣ ਰਾਵਣ ਦੇ ਯੁੱਧ ਦਾ ਕਥਨ। ਹੋਹਾ ਛੰਦ। ਸੁਣਿਓ ਇਸਨ, ਦੈਂਤਾਂ ਦੇ ਰਾਜੇ ਰਾਵਣ ਨੇ ਸੁਣਿਆ ਹੈ। ਜਿਣਿਓ ਕਿਸਨ, ਕਿ ਬੰਦਰ ਜਿੱਤ ਗਏ ਹਨ। ਚਪਿਓ ਚਿੱਤਨ, ਉਹ ਚਿੱਤ ਵਿੱਚ ਖਿਝ ਗਿਆ। ਬੁਲਿਓ ਬਿੱਤਨ, ਅਤੇ ਆਪਣੇ ਪੂਰੇ ਬਲ ਨਾਲ ਬੋਲਣ ਲੱਗਿਆ। ਬੰਦਰਾਂ ਦਾ ਰਾਜਾ ਜਿੱਤ ਗਿਆ। ਕਿਰਿਓ ਗੜਨ, ਬੰਦਰਾਂ ਦੁਆਰਾ ਕਿਲੇ ਦਾ ਘਿਰਨ ਨਾਲ। ਰਿਸਨ ਬੜਨ, ਰਾਵਣ ਦਾ ਕ੍ਰੋਧ ਵੱਧ ਗਿਆ ਹੈ। ਭਜੀ ਤ੍ਰਿਯਨ, ਰਾਵਣ ਦੀਆਂ ਇਸਤਰੀਆਂ ਭੱਜ ਗਈਆਂ ਹਨ। ਪ੍ਰਮੀ ਪਯਨ, ਅਤੇ ਭੈ ਨਾਲ ਭਰਮੀਆਂ ਹੋਈਆਂ ਹਨ। ਪ੍ਰਮੀ ਤਬੈ, ਰਾਵਣ ਦੀਆਂ ਭੈਭੀਤ ਹੋਣ ਵਾਲੀਆਂ। ਭਜੀ ਸਬੈ, ਸਾਰੀਆਂ ਇਸਤਰੀਆਂ ਭੱਜੀ ਜਾਂਦੀਆਂ ਹਨ। ਤ੍ਰਿਯਨ ਇਸਨ, ਰਾਵਣ ਦੀ ਇਸਤਰੀ ਮੰਦੋਦਰੀ ਨੂੰ। ਘਇਓ ਕਿਸਨ, ਬੰਦਰਾਂ ਨੇ ਫੜ ਲਿਆ ਹੈ। ਕਰੇ ਹਹਨ, ਹਾਏ ਹਾਏ ਕਰਦੀ ਹੋਈ। ਅਹੋ ਦਇਨ, ਕਹਿਣ ਲੱਗੀ ਕਿ ਹੇ ਦੇਵ। ਕਰੋ ਗਈ, ਜੇ ਕੋਈ ਅਵੱਗਿਆ ਹੋ ਗਈ ਹੈ। ਛਮੋ ਪਈ, ਤਾਂ ਖਿਮਾ ਕਰ ਦਿਓ। ਸੁਣੀ ਸਤਰਨ, ਸੁਣੀ ਸ੍ਰੁਤਨ, ਰਾਵਣ ਨੇ ਉਸ ਮੰਦੋਦਰੀ ਦੀ ਪੁਕਾਰ ਨੂੰ ਤੁਣਨ ਉਤਨ, ਕੰਨੀ ਸੁਣ ਲਿਆ। ਉੱਠਿਓ ਹਠੀ, ਤਾਂ ਹਠੀ ਇਸ ਤਰ੍ਹਾਂ ਉੱਠਿਆ। ਜਿਮਨ ਭੱਠੀ, ਜਿਵੇਂ ਭੱਠੀ ਵਿੱਚੋਂ ਅੱਗ ਦਾ ਲੰਬੂ ਨਿਕਲਦਾ ਹੈ। ਕਛਿਓ ਨਰਨ, ਡਟ ਕੇ ਯੋਧੇ ਰਾਵਣ ਨੇ। ਤਜੇ ਸਰਨ, ਤੀਰ ਛੱਡੇ। ਹਣੇ ਕਿਸਨ, ਅਤੇ ਬੰਦਰ ਮਾਰ ਦਿੱਤੇ। ਰੁਕੀ ਦਿਸਨ, ਸਾਰੀਆਂ ਦਿਸ਼ਾਵਾਂ ਤੀਰਾਂ ਨਾਲ ਭਰ ਗਈਆਂ। ਤ੍ਰਣਨ ਛੰਦ। ਤ੍ਰਿਣਨ ਛੰਦ ਨੋਟ, ਇਸ ਨਾਂ ਅਧੀਨ ਲਿਖੇ ਗਏ ਛੰਦਾਂ ਦੇ ਪਹਿਲੇ ਸ਼ਬਦ ਉਂਝ ਤਾਂ ਅਰਥਹੀਣ ਹਨ, ਪਰ ਜੰਗ ਦਾ ਜੋਸ਼ ਪੈਦਾ ਕਰਨ ਲਈ ਵਰਤੇ ਗਏ ਹਨ। ਤ੍ਰਿਣਨ ਤੀਰਨ, ਤ੍ਰਿਣ ਨਿਣ ਤੀਰਨ। ਤ੍ਰਿਣ ਨਿਣ ਤੀਰਨ, ਤੀਰ ਚਲਦੇ ਹਨ। ਬ੍ਰਿਣ ਨਿਣ ਬੀਰਨ, ਸੂਰਮੇ ਬੋਲਦੇ ਹਨ। ਰਣ ਰਣ ਡਾਲਨ, ਡਾਲਾਂ ਵੱਜਦੀਆਂ ਹਨ। ਜਣਨ ਜਵਾਲਨ,
ਅਤੇ ਵਿੱਚੋਂ ਅੱਗ ਨਿਕਲਦੀ ਹੈ। ਖਰਣਨ ਖੋਲਣ, ਸਿਰ ਦੇ ਟੋਪਾਂ ਵਿੱਚ ਬ੍ਰਾਣਨ ਬੋਲਣ, ਖੜਾਕ ਦੀ ਆਵਾਜ਼ ਹੁੰਦੀ ਹੈ। ਕ੍ਰਣਨ ਰੋਸਨ, ਸੂਰਮੇ ਕ੍ਰੋਧ ਕਰਕੇ। ਜਣਨਨ ਜੋਸਨ, ਜੋਸ਼ ਨਾਲ ਲੜਦੇ ਹਨ। ਬ੍ਰਾਣਨ ਬਾਜੀ, ਘੋੜੇ। ਤਿਣਨਨ ਤਾਜੀ, ਕਲਾਬਾਜ਼ੀਆਂ ਪਾਉਂਦੇ ਹਨ। ਜਣਨਨ ਜੂਝੇ, ਜੁਝਾਰੂ। ਲੜਨਨ ਲੂਝੇ, ਲੜਦੇ ਹਨ। ਹਰਣਨ ਹਾਥੀ, ਹਾਥੀਆਂ ਸਮੇਤ। ਸਣਨਨ ਸਾਥੀ, ਸੂਰਮੇ। ਪਰਣਨ ਪਾਜੇ, ਲਾਜ ਦੇ ਮਾਰੇ। ਲਰਣਨ ਲਾਜੇ, ਭੱਜੇ ਜਾਂਦੇ ਹਨ। ਚਰਣਨ ਚਰਮਨ, ਡਾਲਾਂ ਚੂਰ ਚੂਰ। ਬਣਨਨ ਬਰਮਨ, ਹੋ ਗਈਆਂ ਹਨ। ਕਰਣਨ ਕਾਟੇ, ਅਤੇ ਕਵਚ ਟੁੱਟ ਗਏ ਹਨ। ਬਰਣਨ ਬਾਟੇ, ਸਰੀਰ ਵੱਟੇ ਗਏ ਹਨ। ਮਰਣਨ ਮਾਰੇ, ਉਸਨੇ ਵੈਰੀ ਮਾਰੇ ਹਨ। ਤਰਣਨ ਤਾਰੇ, ਦੁਸ਼ਟ ਤਾੜੇ ਹਨ। ਜਣਨਨ ਜੀਤਾ, ਯੁੱਧ ਉਸਨੇ ਜਿੱਤਿਆ ਹੈ। ਸਰਣਨ ਸੀਤਾ, ਜਿਸ ਦੀ ਸ਼ਰਨ ਵਿੱਚ ਸੀਤਾ ਰਹਿੰਦੀ ਹੈ। ਗਰਣਨ ਗੈਣਨ, ਆਕਾਸ਼ ਹੀ। ਅਰਣਨ ਐਣਨ, ਜਿਨ੍ਹਾਂ ਦਾ ਘਰ ਹੈ। ਹਰਣਨ ਹੂਰਨ, ਉਹਨਾਂ ਹੋਰਾਂ ਨਾਲ। ਪਰਣਨ ਪੂਰਨ, ਉਹ ਭਰਿਆ ਹੋਇਆ ਹੈ। ਬਰਣਨ ਬਾਜੇ, ਵਾਜੇ ਵੱਜਦੇ ਹਨ। ਗਰਣਨ ਗਾਜੇ, ਗਾਜ਼ੀ ਗੱਜਦੇ ਹਨ। ਸਰਣਨ ਸੁੱਚੇ, ਉਹਨਾਂ ਨੂੰ ਵਾਰ ਕਰਨੇ ਸੁੱਝਦੇ ਹਨ। ਜਰਣਨ ਜੁੱਝੇ, ਅਤੇ ਚੰਗੀ ਤਰ੍ਹਾਂ ਜੂਝਦੇ ਹਨ। ਤ੍ਰਿਗਤਾ ਛੰਦ। ਤਤ ਤੀਰਨ, ਸੂਰਮੇ ਤੀਰ। ਬਬਬੀਰਨ, ਛੱਡਦੇ ਹਨ। ਡਲ ਢਾਲਨ, ਜੋ ਡਾਲਾਂ 'ਤੇ ਲੱਗਦੇ ਹਨ। ਜਜ ਜੁਆਲਨ, ਅਤੇ ਵਿੱਚੋਂ ਅੱਗ ਨਿਕਲਦੀ ਹੈ। ਤਜ ਤਾਜੀ, ਘੋੜਿਆਂ ਨੂੰ। ਗਗ ਗਾਜੀ, ਸੂਰਮੇ। ਮਮ ਮਾਰੇ, ਤਾੜ ਤਾੜ। ਤਤ ਤਾਰੇ, ਮਾਰਦੇ ਹਨ। ਜਜ ਜੀਤੇ, ਯੁੱਧ ਨੂੰ ਜਿੱਤ ਲਿਆ ਹੈ। ਲਲ ਲੀਤੇ, ਕਵਚ ਦਿੱਤੇ ਹਨ। ਤਤ ਤੋਰੇ, ਅਤੇ ਤੀਰ ਚਲਾ। ਛਛ ਛੋਰੇ, ਦਿੱਤੇ ਹਨ। ਰਰ ਰਾਜਨ, ਰਾਜੇ ਰਾਵਣ ਦੇ। ਗਗ ਗਾਜਨ, ਗਾਜ਼ੀ। ਥਤ ਧਾਇਨ, ਚਾਉ ਨਾਲ। ਚਚ ਚਾਇਨ, ਧਾਵਾ ਕਰਦੇ ਹਨ। ਡੱਡ ਡਿੱਗੇ, ਜੋ ਡਿੱਗੇ ਹੋਏ ਹਨ। ਪਬ ਪਿੱਗੇ, ਉਹ ਲਹੂ ਨਾਲ ਭਿੱਜੇ ਪਏ ਹਨ। ਸਸ ਸ਼੍ਰੋਣਨ, ਲਹੂ ਵਗ ਰਿਹਾ ਹੈ। ਤਤ ਤੋਣਨ, ਅਤੇ ਪੱਥੇ ਡਿੱਗ ਪਏ ਹਨ। ਸਸ ਸਾਂਧੈ, ਸੂਰਮੇ ਜੰਗ ਵਿੱਚ। ਬਬ ਬਾਧੈ, ਤੀਰ ਸਾਧ ਕੇ। ਆ ਅੰਗਨ, ਅੰਗਾਂ ਨੂੰ। ਜਜ ਜੰਗਨ, ਵਿੰਨ ਦਿੰਦੇ ਹਨ। ਕਕ ਕ੍ਰੋਧਨ, ਕ੍ਰੋਧ ਨਾਲ। ਜਜ ਜੋਧਨ, ਯੋਧੇ ਭੱਜ ਕੇ।
ਖੱਕ ਖਾਏ ਵੈਰੀ ਨੂੰ ਦਤ ਤਾਏ ਮਾਰਦੇ ਹਨ। ਹਹ ਹੂਰਨ ਹੋਰਾਂ ਨਾਲ ਪਪ ਪੂਰਨ ਭਰ ਗਿਆ ਹੈ। ਗਗ ਗੈਣਨ ਸਾਰਾ ਅਯ ਐਣਨ ਆਕਾਸ਼। ਬਬ ਬਾਣਨ ਬਾਣ ਤਤ ਤਾਣਨ ਤਣ ਕੇ ਛਚ ਛੋਰੈ ਛੱਡਦੇ ਹਨ। ਜਜ ਜੋਰੈ ਜ਼ੋਰ ਨਾਲ ਬਬ ਬਾਜੇ ਤੀਰ ਵੱਜੇ ਹਨ। ਗਗ ਗਾਜੇ ਜਿਨ੍ਹਾਂ ਗਾਜ਼ੀਆਂ ਨੂੰ ਪਬ ਪੂਮਨ ਉਹ ਧਰਤੀ ਉੱਤੇ ਛਚ ਝੂਮਨ ਲੇਟ ਗਏ ਹਨ। ਅਨਾਦ ਛੰਦ। ਚੱਲੇ ਬਾਣ ਰੁਕੇ ਗੈਣ। ਤੀਰਾਂ ਦੇ ਚੱਲਣ ਨਾਲ ਆਕਾਸ਼ ਰੁਕ ਗਿਆ ਹੈ। ਮੱਤੇ ਸੂਰ ਰੱਤੇ ਨੈਣ। ਯੁੱਧ ਕਰਮ ਵਿੱਚ ਮਸਤ ਸੂਰਮਿਆਂ ਦੀਆਂ ਅੱਖਾਂ ਲਾਲ ਹੋ ਗਈਆਂ ਹਨ। ਡਕੇ ਡੋਲ ਡੁੱਕੀ ਢਾਲ। ਢੋਲ ਉੱਤੇ ਡੱਗੇ ਵੱਜਦੇ ਹਨ ਅਤੇ ਢਾਲ ਵੈਰੀ ਦੇ ਵਾਲ ਨੂੰ ਰੋਕ ਰਹੀ ਹੈ। ਛੁੱਟੇ ਬਾਣ ਉੱਠੇ ਜੁਆਲ। ਤੀਰਾਂ ਦੇ ਢਾਲਾਂ ਉੱਤੇ ਵੱਜਣ ਨਾਲ ਉਹਨਾਂ ਵਿੱਚੋਂ ਅੱਗ ਨਿਕਲਦੀ ਹੈ। ਭਿੱਗੇ ਸੋਣ ਡਿੱਗੇ ਸੂਰ। ਲਹੂ ਨਾਲ ਭਿੱਜੇ ਸੂਰਮੇ ਧਰਤੀ ਉੱਤੇ ਡਿੱਗਦੇ ਹਨ। ਝੁੰਮੇ ਭੂਮ ਘੁੰਮੀ ਹੂਰ ਅਤੇ ਹੂਰਾਂ ਧਰਤੀ ਉੱਤੇ ਝੂਮਦੀਆਂ ਫਿਰਦੀਆਂ ਹਨ। ਬੱਜੇ ਸ਼ੰਖ ਸੱਦਨ ਗਦ। ਸ਼ੰਖ ਵੱਜਦੇ ਹਨ ਅਤੇ ਜਿਨ੍ਹਾਂ ਵਿੱਚੋਂ ਗਦ ਸ਼ਬਦ ਨਿਕਲਦਾ ਹੈ। ਤਾਲਨ ਸ਼ੰਖ ਭੇਰੀ ਨਦ ਅਤੇ ਛੋਟੀਆਂ ਸ਼ੰਖਾਂ ਤੇ ਭੋਰੀਆਂ ਦਾ ਨਾਦ ਹੋ ਰਿਹਾ ਹੈ। ਟੁੱਟੇ ਤ੍ਰਣ ਫੁੱਟੇ ਅੰਗ। ਕਵਚ ਟੁੱਟ ਰਹੇ ਹਨ ਅਤੇ ਸੂਰਮਿਆਂ ਦੇ ਅੰਗ ਫੁੱਟ ਰਹੇ ਹਨ। ਜੁਝੇ ਵੀਰ ਰੁੱਝੇ ਜੰਗ। ਸੂਰਮੇ ਜੰਗ ਵਿੱਚ ਰੁੱਝੇ ਹੋਏ ਜੂਝ ਰਹੇ ਹਨ। ਮੱਚੇ ਸੂਰ ਨੱਚੀ ਹੂਰ। ਸੂਰਮਿਆਂ ਨੂੰ ਯੁੱਧ ਦਾ ਚਾਅ ਚੜ੍ਹਿਆ ਹੋਇਆ ਹੈ ਅਤੇ ਹੂਰਾਂ ਨੱਚ ਰਹੀਆਂ ਹਨ। ਮੱਤੀ ਧੁੰਮ ਭੂਮੀ ਪੂਰ। ਮਸਤੀ ਦੀ ਧੁੰਮ ਨੇ ਸਾਰੀ ਧਰਤੀ ਪੂਰ ਦਿੱਤੀ ਹੈ। ਉੱਠੇ ਅੱਧ ਬੱਧ ਕਮਦ। ਅੱਧੇ ਵੱਡੇ ਹੋਏ ਧੜ ਉੱਠ ਖੜੋਂਦੇ ਹਨ ਜਿਨ੍ਹਾਂ ਨੇ ਜਾਲੀਦਾਰ ਕਵਚ ਪੱਖਲ ਰਾਗ ਖੋਲ ਸਨੱਥ ਦਸਤਾਨੇ ਸਿਰ ਦੇ ਟੋਪ ਅਤੇ ਸ਼ਸਤਰ ਅਸਤਰ ਸਜਾਏ ਹੋਏ ਹਨ। ਛੱਕੇ ਛੋਭ ਛੁੱਟੇ ਕੇਸ। ਉਹ ਕ੍ਰੋਧ ਦੇ ਭਰੇ ਹੋਏ ਹਨ ਅਤੇ ਉਹਨਾਂ ਦੇ ਕੇਸ ਖੁੱਲ੍ਹੇ ਹੋਏ ਹਨ। ਸੰਖਰ ਸੂਰ ਸਿੰਘਨ ਪੇਸ। ਸ਼ੇਰਾਂ ਦੇ ਰੂਪ ਵਿੱਚ ਸੂਰਮੇ ਜੰਗ ਕਰਦੇ ਹਨ। ਟੁੱਟਰ ਟੀਕ ਟੁੱਟੇ ਟੋਪ। ਫੁਲਾਦੀ ਟੋਪ ਅਤੇ ਮੱਥੇ ਉੱਤੇ ਲਗਾਏ ਹੋਏ ਦੇ ਟਿੱਕੇ ਟੁੱਟੇ ਪਏ ਹਨ। ਭੱਗੇ ਪੂਪ ਪੰਨੀ ਤੋਪ। ਜਿਨ੍ਹਾਂ ਦੀ ਤਲਵਾਰ ਟੁੱਟ ਗਈ ਹੈ ਉਹ ਸੈਨਾਪਤੀ ਭੱਜ ਗਏ ਹਨ। ਕੁੰਮੇ ਘਾਏ ਝੂਮੀ ਪੂਮ। ਫੱਟੜ ਘੁਮੇਰੀ ਖਾ ਕੇ ਧਰਤੀ ਉੱਤੇ ਡਿੱਗ ਰਹੇ ਹਨ। ਔਚੜ ਚਾੜ ਧੂਮਨ ਧੂਮ। ਜੰਗਲ ਵਾਂਗੂ ਰਣਭੂਮੀ ਵਿੱਚ ਧੁੰਦ ਪਸਰ ਰਹੀ ਹੈ। ਬੱਜੇ ਨਾਦ ਬਾਦ ਅਪਾਰ। ਬੇਹਿਸਾਬੇ ਰਣ ਸਿੰਘੇ ਅਤੇ ਵਾਜੇ ਵੱਜਦੇ ਹਨ। ਸੱਜੇ ਸੂਰ ਵੀਰ ਜੁਝਾਰ। ਸੱਜੇ ਸੂਰ ਵੀਰ ਜੁਝਾਰ। ਲੜਾਕੇ ਸੂਰਵੀਰ ਸ਼ਸਤਰਾਂ ਨਾਲ ਸੱਜੇ ਹੋਏ ਹਨ। ਜੁਝੇ ਟੂਕ ਟੂਕ ਹੋਇਆ ਖੇਤ ਅਤੇ ਰਣਭੂਮੀ ਵਿੱਚ ਟੁਕੜੇ ਟੁਕੜੇ ਹੋ ਕੇ ਜੂਝ ਰਹੇ ਹਨ। ਮੱਤੇ ਮੱਧ ਜਾਣ ਅਚੇਤ। ਮਾਨੋ ਸ਼ਰਾਬ ਦੇ ਨਸ਼ੇ ਨਾਲ ਬੇਸੁੱਧ ਹੋਏ ਪਏ ਹੋਣ। ਛੁੱਟੇ ਸ਼ਸਤਰ ਅਸਤਰ ਅਨੰਤ। ਬੇਅੰਤ ਸ਼ਸਤਰ ਤੇ ਅਸਤਰ ਚੱਲ ਰਹੇ ਹਨ। ਰੰਗੇ ਰੰਗ ਭੂਮ ਦੁਰੰਤ।
ਰਣਭੂਮੀ ਲਹੂ ਦੇ ਭਿਆਨਕ ਰੰਗ ਨਾਲ ਰੰਗੀ ਹੋਈ ਹੈ। ਖੁੱਲੇ ਅੰਧ ਧੁੰਦ ਹਥਿਆਰ ਅੱਧਾ ਧੁੰਦ ਨਿਕਲ ਕੇ ਚਮਕਣ ਲੱਗੇ ਹਨ। ਬੱਕੇ ਸੂਰਵੀਰ ਬਰਕਰਾਰ ਅਤੇ ਪ੍ਰਚੰਡ ਸੂਰਵੀਰ ਲਲਕਾਰੇ ਮਾਰਦੇ ਹਨ। ਬਿਥੁਰੀ ਲੁੱਥ ਜੁੱਥ ਅਨੇਕ, ਲੋਥਾਂ ਦੇ ਅਨੇਕ ਝੁੰਡ ਖਿਲਰੇ ਪਏ ਹਨ। ਮੱਚੇ ਕੋਟ ਭੱਗੇ ਏਕ, ਕਰੋੜਾਂ ਸੂਰਮੇ ਯੁੱਧ ਮਚਾ ਰਹੇ ਹਨ ਅਤੇ ਕਈ ਰਣਭੂਮੀ ਵਿੱਚੋਂ ਭੱਜ ਨਿਕਲੇ ਹਨ। ਹੱਸੇ ਭੂਤ ਪ੍ਰੇਤ ਮਸਾਣ, ਭੂਤ ਪ੍ਰੇਤ ਅਤੇ ਮਸਾਣ ਹੱਸ ਰਹੇ ਹਨ। ਲੁੱਛੇ ਜੁੱਛ ਰੁੱਛ ਕਿਰਪਾਨ, ਯੋਧੇ ਕਿਰਪਾਨਾਂ ਲੈ ਕੇ ਜੂਝ ਰਹੇ ਹਨ। ਬਹੜਾ ਛੰਦ। ਅਧਿਕ ਰੋਸ ਕਰ ਰਾਜ ਪਖਰਿਆ ਤਾਵਹੀ, ਬਹੁਤ ਕ੍ਰੋਧ ਕਰਕੇ ਘੋੜ ਚੜੇ ਸੈਨਾਪਤੀ ਅੱਗੇ ਵਧਦੇ ਹਨ। ਰਾਮ ਰਾਮ ਬਿਨ ਸੰਕ ਪੁਕਾਰਤ ਆਵਹੀ, ਜੋ ਨਿਸੰਗ ਹੋ ਕੇ ਰਾਮ ਰਾਮ ਪੁਕਾਰਦੇ ਆਉਂਦੇ ਹਨ। ਰੁੱਝ ਜੁੱਝ ਚੜ ਪੜਤ ਭਿਆਨਕ ਭੂਮ ਪਰ, ਭਿਆਨਕ ਯੁੱਧ ਵਿੱਚ ਰੁੱਝ ਕੇ ਅੰਤ ਨੂੰ ਧਰਤੀ ਤੇ ਡਿੱਗ ਪੈਂਦੇ ਹਨ। ਰਾਮ ਚੰਦਰ ਕੇ ਹਾਥ ਗਏ ਭਵ ਸਿੰਧ ਤਰ, ਅਤੇ ਰਾਮ ਚੰਦਰ ਤੋਂ ਹੱਥੋਂ ਮਰ ਕੇ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ। ਸਿਮਟ ਸਾਗ ਸੰਗ੍ਰਹਿ ਸਮੂਹ ਹੋਏ ਜੂਝਹੀ, ਯੋਧੇ ਇਕੱਠੇ ਹੋ ਕੇ ਬਰਛੇ ਪਕੜਦੇ ਹਨ ਅਤੇ ਸਨਮੁਖ ਹੋ ਕੇ ਲੜਦੇ ਹਨ। ਟੂਕ ਟੂਕ ਹੁਏ ਗਿਰਤ ਨਾ ਕਰ ਕਹਿ ਬੂਝਹੀ, ਟੋਟੇ ਟੋਟੇ ਹੋ ਕੇ ਡਿੱਗਦੇ ਹਨ ਪਰ ਕਰ ਨੂੰ ਯਾਦ ਤੱਕ ਨਹੀਂ ਕਰਦੇ। ਖੰਡ ਖੰਡ ਹੋਏ ਗਿਰਤ ਖੰਡ ਤਨ ਖੰਡ ਰਨ, ਜਿਨ੍ਹਾਂ ਦੇ ਤਨ ਨੂੰ ਤਲਵਾਰਾਂ ਦੀ ਧਾਰ ਜ਼ਰਾ ਜਿੰਨੀ ਵੀ ਨਹੀਂ ਹੈ, ਉਹ ਰਣਭੂਮੀ ਵਿੱਚ ਤਨਕ ਤਨਕ ਲਗ ਜਾਹੇ ਅਸਨ ਕੀ ਤਾਰ ਤਨ, ਟੋਟੇ ਟੋਟੇ ਹੋ ਕੇ ਡਿੱਗ ਰਹੇ ਹਨ ਅਤੇ ਧਨੁਸ਼ ਟੁੱਟ ਰਹੇ ਹਨ। ਸੰਗੀਤ ਬਹੜਾ ਛੰਦ। ਸਾਗੜ ਦੀ ਸਾਗ ਸੰਗ੍ਰਹਿ ਤਾਗੜ ਦੀ ਰਣ ਤੂਰੀ ਨਚਾਵਹਿ, ਸਾਗੜ ਦੀ ਸਾਗ ਸੰਗ੍ਰਹਿ ਤਾਗੜ ਦੀ ਰਣ ਤੁਰੀ ਨਚਾਵਹਿ। ਹੱਥ ਵਿੱਚ ਬਰਛੇ ਪਕੜ ਕੇ ਘੋੜਿਆਂ ਨੂੰ ਰਣਭੂਮੀ ਵਿੱਚ ਨਚਾਉਂਦੇ ਹਨ। ਚਾਗੜ ਦੀ ਝੂਮ ਗਿਰ ਭੂਮ ਸਾਗੜ ਦੀ ਸੁਰਪੁਰ ਹੈ ਸਦਾਵਹਿ, ਫੱਟ ਲੱਗਣ ਤੇ ਉਹ ਝੂਮ ਕੇ ਧਰਤੀ ਉੱਤੇ ਡਿੱਗਦੇ ਹਨ ਅਤੇ ਸਵਰਗਪੁਰੀ ਨੂੰ ਚਲੇ ਜਾਂਦੇ ਹਨ। ਆਗੜ ਦੀ ਅੰਗ ਹੁਏ ਪੰਗ, ਆਗੜ ਦੀ ਆਵਹਿ ਮਹਿ ਡਿੱਗਹੀ, ਜਿਨ੍ਹਾਂ ਦੇ ਅੰਗ ਭੰਗ ਹੋਏ ਹਨ ਉਹ ਰਣਭੂਮੀ ਵਿੱਚ ਡਿੱਗਦੇ ਹਨ। ਹੋ ਬਾਗੜ ਦੀ ਵੀਰ ਬਿਕਰਾਰ, ਸਾਗੜ ਦੀ ਸ਼੍ਰੋਣਤ ਤਨ ਪਿਗਹੀ, ਪ੍ਰਚੰਡ ਸੂਰਮਿਆਂ ਦੇ ਤਨ ਲਹੂ ਨਾਲ ਭਿੱਜੇ ਪਏ ਹਨ। ਰਾਗੜ ਦੀ ਰੋਸ ਰਿਪ ਰਾਜ, ਲਾਗੜ ਦੀ ਲਛਮਣ ਪੈ ਤਾਇਓ, ਰਾਵਣ ਰਿਪ ਰਾਜ ਕ੍ਰੋਧ ਕਰਕੇ ਲਛਮਣ ਵੱਲ ਵਧਿਆ ਹੈ। ਕਾਗੜ ਦੀ ਕ੍ਰੋਧ ਤਨ ਕੁੜਿਓ, ਪਾਗੜ ਦੀ ਹੁਏ ਪਵਨ ਸਿਧਾਇਓ, ਕ੍ਰੋਧ ਨਾਲ ਉਸ ਦਾ ਤਨ ਕੁੜਿਆ ਹੋਇਆ ਹੈ ਅਤੇ ਪਵਨ ਦਾ ਵੇਗ ਹੋ ਕੇ ਤੁਰਿਆ ਹੈ। ਆਗੜ ਦੀ ਅਨੁਜ ਉਰਤਾਤ, ਕਾਗੜ ਦੀ ਕਹਿ ਕਾਏ ਪ੍ਰਹਾਰਿਓ, ਰਾਵਣ ਨੇ ਰਾਮ ਦੇ ਛੋਟੇ ਭਰਾ ਲਕਸ਼ਮਣ ਦੀ ਛਾਤੀ ਵਿੱਚ
ਤੁਰਤ ਬਰਛੀ ਫੜ ਕੇ ਸੱਟ ਮਾਰ ਦਿੱਤੀ ਹੈ। ਚਾਗੜ ਦੀ ਚੂਮ ਪੂ ਗਿਰਿਓ, ਸਾਗੜ ਦੀ ਸੁੱਤ ਬੈਰ ਉਤਾਰਿਓ। ਜਿਸ ਕਰਕੇ ਲਕਸ਼ਮਣ ਕੁਮੇਰੀ ਖਾ ਕੇ ਧਰਤੀ 'ਤੇ ਡਿੱਗ ਪਏ ਹਨ, ਮਾਨੋ ਰਾਵਣ ਨੇ ਪੁੱਤਰ ਦਾ ਬਦਲਾ ਲੈ ਲਿਆ ਹੋਵੇ। ਚਾਗੜ ਦੀ ਚਿੰਕ ਚਾਵੜੀ, ਡਾਗੜ ਦੀ ਡਾਕਣ ਡਕਾਰੀ। ਚੁੜੇਲਾਂ ਚੀਕਦੀਆਂ ਹਨ ਅਤੇ ਡਾਕਣੀਆਂ ਡਕਾਰਦੀਆਂ ਹਨ। ਪਾਗੜ ਦੀ ਪੂਤ ਪਰ ਹਰੇ, ਰਾਗੜ ਦੀ ਰਣ ਰੋਸ ਪ੍ਰਜਾਰੀ। ਭੂਤ ਰੋਲਾ ਪਰ ਹਰ ਪਾਉਂਦੇ ਹਨ ਅਤੇ ਰਣ ਭੂਮੀ ਵਿੱਚ ਰਾਵਣ ਕ੍ਰੋਧ ਨਾਲ ਸੜ ਗਿਆ ਹੈ। ਮਾਗੜ ਦੀ ਮੂਰਛਾ ਪਇਓ, ਲਾਗੜ ਦੀ ਲਛਮਣ ਰਣ ਜੂਝਿਓ। ਲਕਸ਼ਮਣ ਰਣ ਵਿੱਚ ਲੜਦਾ ਹੋਇਆ ਮੂਰਛਿਤ ਹੋ ਗਿਆ ਹੈ। ਜਾਗੜ ਦੀ ਜਾਨ ਜੁਝ ਗਇਓ, ਰਾਗੜ ਦੀ ਰਘੁਪਤ ਇਮ ਬੁਝਿਓ। ਰਾਮ ਚੰਦਰ ਨੇ ਇੰਜ ਸਮਝਿਆ ਕਿ ਲਕਸ਼ਮਣ ਮਾਰਿਆ ਗਿਆ ਹੈ। ਇਤ ਸ਼੍ਰੀ ਬਚਿੱਤਰ ਨਾਟਕੇ ਰਾਮ ਅਵਤਾਰ ਲਕਸ਼ਮਣ ਮੂਰਛਨਾ ਭਵੇਤ ਧਿਆਏ ਸਮਾਪਤਮ ਸੱਤ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਰਾਮ ਅਵਤਾਰ ਦੇ ਲਕਸ਼ਮਣ ਦੇ ਮੂਰਛਿਤ ਹੋਣ ਦਾ ਅਧਿਆਇ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।